गुड मॉर्निंग स्टूडेंट्स ਅੱਜ ਆਪ ਆਪਣੇ ਟੌਪਿਕ ਜਿਹੜੇ ਆ ਉਹ ਨੈਕਸਟ ਟੌਪਿਕ ਮੈਨੂਫੈਕਚਰਿੰਗ ਅਕਾਊਂਟ ਉਹਦੇ ਬਾਰੇ ਡਿਸਕਸ਼ਨ ਹੈ ਜਿਹੜੀ ਉਹ ਸਟਾਰਟ ਕਰਾਂਗੇ। ਮੈਨੂੰ ਉਮੀਦ ਹੈ ਕਿ ਹੁਣ ਤੱਕ ਜੋ ਵੀ ਕਨਸੈਪਟ ਹੋਏ ਆ ਤੁਹਾਡੇ ਉਹ ਤੁਹਾਨੂੰ ਕਲੀਅਰ ਹੋਣਗੇ। ਸੋ ਇਹ ਆਪਣੇ ਕੁਐਸਚਨ ਦਾ ਇੱਕ ਪਾਰਟ ਸੀ ਜੋ ਕਿ 17th ਕੁਐਸਚਨ ਦਾ ਇੱਕ ਹਿੱਸਾ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਹੀ ਨਿਊਮੈਰੀਕਲ ਦਿੱਤਾ ਹੋਇਆ ਹੈ, ਉਹ ਹੈਗਾ ਹੈ ਮੈਨੂਫੈਕਚਰਿੰਗ ਅਕਾਊਂਟ। ਇਹ ਕੁਐਸਚਨ ਨੂੰ ਤੁਸੀਂ ਧਿਆਨ ਨਾਲ ਕਰਨਾ ਹੈ ਕਿਉਂਕਿ ਇਹ ਕੁਐਸਚਨ ਦੇ ਰਿਲੇਟਡ एक्सरसाइज ਦੇ ਵਿੱਚ ਨਿਊਮੈਰੀਕਲਸ ਥੋੜ੍ਹੇ ਨੇ, ਘੱਟ ਨੇ। ਸੋ ਤੁਸੀਂ ਪ੍ਰੋਪਰਲੀ ਇਸ ਵੀਡੀਓ ਤੋਂ ਇਸ ਟੌਪਿਕ ਨੂੰ ਸਮਝਣਾ ਹੈ ਔਰ ਦੇਖਣਾ ਹੈ ਕਿ ਇਹਦੇ ਵਿੱਚ ਕਿਵੇਂ ਕਿਵੇਂ ਵੈਲਿਊਜ਼ ਨੂੰ ਤੁਸੀਂ ਰਿਕਾਰਡ ਕਰ ਸਕਦੇ ਹੋ। ਹੁਣ ਆਪਣੇ ਕੋਲ ਕੁਐਸਚਨ ਹੈਗਾ ਹੈ ਫਰੋਮ ਦ ਫੋਲੋਇੰਗ ਪਾਰਟੀਕੂਲਰਸ ਪ੍ਰੈਜੈਂਟਡ ਬਾਏ ਮਜੁਮਦਾਰ ਬ੍ਰੋਜ਼ prepared a manufacturing account for the year ending 31st December 2021। ਆਪਾਂ ਨੂੰ ਅਕਾਊਂਟ ਦਿੱਤਾ ਹੋਇਆ ਇੱਕ ਚੀਜ਼ ਦੇਖੋ, ਓਪਨਿੰਗ ਸਟਾਕ ਦੇ ਵਿੱਚ ਰॉ ਮਟੀਰੀਅਲ, ਵਰਕ ਇਨ ਪ੍ਰੋਗਰੈਸ ਐਂਡ ਫਿਨਿਸ਼ ਗੁੱਡਸ ਦਿੱਤੀ ਹੋਈ ਹੈ। ਨੋਰਮਲ ਆਪਾਂ ਜਦੋਂ ਟ੍ਰੇਡਿੰਗ ਬਣਾਉਂਦੇ ਆਪਾਂ ਨੂੰ ਕੱਲਾ ਓਪਨਿੰਗ ਦਿੱਤਾ ਹੁੰਦਾ ਜਾਂ ਕੱਲਾ ਕਲੋਜ਼ਿੰਗ ਦਿੱਤਾ ਹੁੰਦਾ। ਇਹਦੇ ਵਿੱਚ ਸਿਰਫ ਇੰਨਾ ਕੁ ਹੀ ਡਿਫਰੈਂਸ ਆ ਕਿ ਇਹਦੇ ਵਿੱਚ ਮੈਨੂਫੈਕਚਰਿੰਗ ਅਕਾਊਂਟ ਜਦੋਂ ਪ੍ਰਪੇਅਰ ਕਰਾਂਗੇ ਤਾਂ ਉਦੋਂ ਇਹ ਚੀਜ਼ ਆਪਾਂ ਨੂੰ ਦਿੱਤੀਆਂ ਹੋਣਗੀਆਂ। ਹੁਣ ਆਪਾਂ ਇਹਦੇ ਵਿੱਚੋਂ ਸਿਲੈਕਸ਼ਨ ਕਰਨੀ ਹੋਊਗੀ। ਆਪਾਂ ਹਮੇਸ਼ਾ ਓਪਨਿੰਗ ਸਟਾਕ, ਰॉ ਮਟੀਰੀਅਲ ਔਰ ਵਰਕ ਇਨ ਪ੍ਰੋਗਰੈਸ ਨੂੰ ਲੈ ਕੇ ਚੱਲਣਾ ਹੈ। ਫਿਨਿਸ਼ ਗੁੱਡਸ ਆ ਜਿਹੜੀਆਂ, ਚਾਹੇ ਉਹ ਓਪਨਿੰਗ ਦੀਆਂ ਹੈ ਚਾਹੇ ਉਹ ਕਲੋਜ਼ਿੰਗ ਦੀਆਂ, ਉਹਨੂੰ ਆਪਾਂ ਮੈਨੂਫੈਕਚਰਿੰਗ ਅਕਾਊਂਟ ਦੇ ਵਿੱਚ ਨਹੀਂ ਰਿਕਾਰਡ ਕਰਨਾ। ਆਪਾਂ ਸਿਰਫ ਔਰ ਸਿਰਫ ਇਹਦੇ ਵਿੱਚ ਆਹੀ ਚੀਜ਼ਾਂ ਨੂੰ ਲੈ ਕੇ ਚੱਲਣਾ ਹੈ। ਪਹਿਲਾਂ ਵਾਲੇ ਅਕਾਊਂਟ ਵਿੱਚ ਕੀ ਹੁੰਦਾ ਸੀਗਾ ਕਿ ਤੁਸੀਂ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਸੀਗੀਆਂ ਉਹਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਵੀ ਪ੍ਰਪੇਅਰ ਕਰਦੇ ਸੀ। ਇਹਦੇ ਵਿੱਚ ਜਿੰਨੀਆਂ ਵੀ ਬਾਕੀ ਚੀਜ਼ਾਂ ਹੈ, ਫੈਕਟਰੀ ਲਾਈਟਿੰਗ, ਰੈਂਟ ਵਗੈਰਾ, ਇਹ ਸਾਰਾ ਇੱਕੋ ਹੀ ਫਾਰਮੈਟ ਦੇ ਵਿੱਚ ਆ ਜਾਊਗਾ। ਸੋ ਦੇਖਦੇ ਹਾਂ ਆਪਾਂ ਕੁਐਸਚਨ ਨੂੰ ਸਟਾਰਟ ਕਰਦੇ ਹਾਂ। ਸੋ ਫਸਟਲੀ ਇਹਦਾ ਫਾਰਮੈਟ ਦੇਖੋ ਕਿਸ ਤਰ੍ਹਾਂ ਹੋਏਗਾ। ਇਹਦਾ ਫਾਰਮੈਟ ਇਸ ਤਰ੍ਹਾਂ ਹੋਏਗਾ ਜਿਵੇਂ ਆਪਾਂ ਟ੍ਰੇਡਿੰਗ ਅਕਾਊਂਟ ਪ੍ਰਪੇਅਰ ਕਰਦੇ ਹਾਂ। ਸੋ ਸੇਮ ਐਜ਼ ਤੁਸੀਂ ਜਿਹੜਾ ਕਿ ਹੈ ਫਾਰਮੈਟ ਨੂੰ ਪ੍ਰਪੇਅਰ ਕਰੋਗੇ। ਹੁਣ ਫਸਟ ਆਫ ਆਲ ਆਪਾਂ ਇਹਦੇ ਵਿੱਚ ਵੈਲਿਊ ਲਵਾਂਗੇ ਓਪਨਿੰਗ ਸਟਾਕ ਦੀ। ਸਟਾਕ ਦਾ ਨੇਮ ਉੱਦਾਂ ਹੀ ਲਿਖੋਗੇ, ਟੂ ਓਪਨਿੰਗ ਸਟਾਕ, ਜਿਵੇਂ ਇਸ ਤੋਂ ਪਹਿਲਾਂ ਆਪਾਂ ਟ੍ਰੇਡਿੰਗ ਦੇ ਵਿੱਚ ਲਿਖਦੇ ਆ ਰਹੇ ਹਾਂ। ਹੁਣ ਇਹ ਹੈਗਾ ਆਪਣਾ ਓਪਨਿੰਗ ਸਟਾਕ ਐਜ਼ ਅ ਹੈਡਿੰਗ। ਪਹਿਲਾਂ ਜਿਹੜੀ ਚੀਜ਼ ਆਊਗੀ ਉਹ ਆਊਗੀ ਤੁਹਾਡੇ ਕੋਲ ਰॉ ਮਟੀਰੀਅਲ। ਇਹਨੂੰ ਤੁਸੀਂ ਲਿਖੋਗੇ, ਇਹਨੂੰ ਇਹਦੇ ਅੰਦਰ ਹੀ ਸੋਲਵ ਕਰੋਗੇ ਪਾਰਟੀਕੂਲਰ ਦੇ ਕਾਲਮ ਦੇ ਵਿੱਚ। ਅਗਰ ਲਿਖਣਾ ਹੈ ਤਾਂ ਬਿਲਕੁਲ ਐਜ਼ ਇਟ ਇਜ਼ ਸਾਹਮਣੇ ਲਿਖ ਸਕਦੇ ਹੋ। 3000 ਸੈਕਿੰਡ ਚੀਜ਼ ਸਾਡੇ ਕੋਲ ਹੈਗੀ ਆ ਵਰਕ ਇਨ ਪ੍ਰੋਗਰੈਸ, ਇਹ ਆਪਣੇ ਕੋਲ ਹੈਗੀ ਆ 4000 ਦੀ ਵੈਲਿਊ। ਦੋਨਾਂ ਚੀਜ਼ਾਂ ਨੂੰ ਲਿਖ ਦੋਗੇ ਔਰ ਇਹਨਾਂ ਦੋਨਾਂ ਦਾ ਟੋਟਲ ਜਿਹੜਾ ਤੁਸੀਂ ਇੱਥੇ ਲਿਖ ਦੋਗੇ 7000। ਹੁਣ ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਨੈਕਸਟ ਚੀਜ਼ ਜੋ ਆਪਾਂ ਨੂੰ ਕੁਐਸਚਨ ਦੀ ਸਟੇਟਮੈਂਟ ਦੇ ਵਿੱਚ ਕਹੀ ਹੋਈ ਹੈ। ਆਪਾਂ ਨੂੰ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਓਪਨਿੰਗ ਸਟਾਕ ਜੋ ਆਪਾਂ ਐਜ਼ ਇਟ ਇਜ਼ ਰਾਈਟ ਕਰ ਚੁੱਕੇ ਹਾਂ, ਫਿਨਿਸ਼ ਆਪਾਂ ਲੈਣੀ ਹੈ ਨਹੀਂ। ਕਲੋਜ਼ਿੰਗ ਸਟਾਕ ਆ ਉਹ ਆਪਣਾ ਕੀ ਹੈ ਇੱਧਰ ਕ੍ਰੈਡਿਟ ਵਾਲੀ ਸਾਈਡ ਜਾਊਗਾ, ਰॉ ਮਟੀਰੀਅਲ ਔਰ ਵਰਕ ਇਨ ਪ੍ਰੋਗਰੈਸ। ਹੁਣ ਆਪਣੇ ਕੋਲ ਨੈਕਸਟ ਹੈਗਾ ਹੈ ਪਰਚੇਜ਼ ਆਫ ਰॉ ਮਟੀਰੀਅਲ। ਜੋ ਵੀ ਉਹਨਾਂ ਨੇ ਰॉ ਮਟੀਰੀਅਲ ਪਰਚੇਜ਼ ਕੀਤਾ ਉਹ ਆਪਾਂ ਡੈਬਿਟ ਸਾਈਡ ਰਿਕਾਰਡ ਕਰਾਂਗੇ। ਕੋਈ ਵੇਜਿਸ ਆ ਇਹ ਵੀ ਆਪਾਂ ਇੱਧਰ ਲਿਖਾਂਗੇ, ਲਾਈਟ ਐਂਡ ਗੈਸਿਸ ਆ ਇਹ ਵੀ ਸਾਰੀਆਂ ਆਪਾਂ ਕੀ ਹੈ ਇੱਧਰ ਹੀ ਰਿਕਾਰਡ ਕਰਾਂਗੇ ਡੈਬਿਟ ਸਾਈਡ। ਟੂ ਪਰਚੇਜ਼ਿਸ ਮੈਂ ਲਿਖ ਚੁੱਕੀ ਹਾਂ 40,000 ਦੀਆਂ, ਰॉ ਮਟੀਰੀਅਲ ਟੂ ਵੇਜਿਸ ਆਪਾਂ ਨੂੰ 20,000 ਦੀਆਂ ਦਿੱਤੀਆਂ ਹੋਈਆਂ। ਫਿਰ ਆਪਣੇ ਕੋਲ ਨੈਕਸਟ ਹੈਗਾ ਲਾਈਟ ਐਂਡ ਗੈਸ ਜੋ ਆਪਾਂ ਨੂੰ ਆਲਰੇਡੀ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਔਰ ਬ੍ਰੈਕਟ ਦੇ ਵਿੱਚ ਉਹਨਾਂ ਨੇ ਫੈਕਟਰੀ ਵਰਡ ਯੂਜ਼ ਕੀਤਾ। ਇਹਦਾ ਮਤਲਬ ਕਿ ਇਹ ਕੰਮ ਨੂੰ ਜਦੋਂ ਕਰ ਰਹੇ ਸੀ, ਜਦੋਂ ਚੀਜ਼ਾਂ ਬਣਾ ਰਹੇ ਸੀ ਉਦੋਂ ਦੀ ਗੱਲ ਕਰ ਰਹੇ ਆ। ਸੋ ਫੈਕਟਰੀ ਦੇ ਨਾਲ ਜੁੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਰਿਕਾਰਡ ਕਰਾਂਗੇ। ਆਪਾਂ ਨੂੰ ਇਹ ਜਿਹੜੀ ਫੈਕਟਰੀ ਲਾਈਟਿੰਗ ਐਂਡ ਹੀਟਿੰਗ ਦਿੱਤੀ ਇਹਦੀ ਵੈਲਿਊ ਹੈਗੀ ਆ 2000। ਹੁਣ ਆਪਣੇ ਕੋਲ ਨੈਕਸਟ ਹੈਗਾ ਟੂ ਕੈਰੇਜ ਇਨਵਰਡ। ਹੁਣ ਕੈਰੇਜ ਜੋ ਇਨਵਰਡ ਆ, ਇਨਵਰਡ ਸਾਨੂੰ ਪਤਾ ਕਿ ਸਾਡੇ ਡਾਇਰੈਕਟ ਖਰਚਿਆਂ ਦੇ ਵਿੱਚ ਆ ਜਾਂਦਾ। ਸੋ ਇਨਵਰਡ ਵੀ ਆਪਾਂ ਲਵਾਂਗੇ 1000 ਦਾ। ਔਰ ਫਿਰ ਉਹਨਾਂ ਨੇ ਕੋਈ ਹਾਇਰ ਕੀਤੀ ਹੈ ਚੀਜ਼। ਹਾਇਰ ਕਰਨ ਦਾ ਮਤਲਬ ਹੁੰਦਾ ਕਿ ਕਿਰਾਏ 'ਤੇ ਜਾਂ ਕੁਛ ਟਾਈਮ ਦੇ ਲਈ ਉਹਨਾਂ ਨੇ ਕੀ ਆ ਕੰਮ ਕਰਨ ਦੇ ਲਈ ਚੀਜ਼ ਜਿਹੜੀ ਆ ਐਜ਼ ਆ ਉਧਾਰ ਲਈ ਆ। ਟੂ ਹਾਇਰ ਆਫ ਸਪੈਸ਼ਲ ਪਲਾਂਟ, ਕੋਈ ਮਸ਼ੀਨ ਉਹਨਾਂ ਨੇ ਲਈ ਆ ਉਹ ਵੀ ਆਪਣੇ ਕੋਲ ਐਜ਼ ਆ ਡਾਇਰੈਕਟ ਖਰਚਾ ਜੋ ਕਿ ਡਾਇਰੈਕਟ ਮਟੀਰੀਅਲ ਆ ਉਹ ਵੀ ਯੂਜ਼ ਹੋਏਗੀ। ਸੋ ਉਹਦੀ ਕੀਮਤ ਹੈਗੀ ਆ 2000। ਫਿਰ ਆਪਣੇ ਕੋਲ ਉਹਨਾਂ ਨੇ ਲਿਖਿਆ ਹੈਗਾ ਹੈ ਫੈਕਟਰੀ ਰੈਂਟ। ਫੈਕਟਰੀ ਰੈਂਟ ਵੀ ਸਾਡਾ ਇਹਦਾ ਹੀ ਹਿੱਸਾ ਹੈ। ਸੋ 4000 ਦਾ ਸਾਡੇ ਕੋਲ ਆ ਜਾਏਗਾ ਫੈਕਟਰੀ ਰੈਂਟ। ਫਿਰ ਆਪਾਂ ਨੂੰ ਰਿਪੇਅਰ ਵੀ ਦਿੱਤੀ ਹੈ। ਹੁਣ ਜਿਹੜੀ ਮਸ਼ੀਨ ਕੰਪਨੀ ਦੇ ਵਿੱਚ ਸਮਾਨ ਨੂੰ ਬਣਾਉਣ ਦੇ ਲਈ ਯੂਜ਼ ਹੋ ਰਹੀ ਆ, ਚੀਜ਼ਾਂ ਨੂੰ ਬਣਾਉਣ ਦੇ ਲਈ ਯੂਜ਼ ਹੋ ਰਹੀ ਆ, ਉਹ ਅਗਰ ਖ਼ਰਾਬ ਹੋ ਜਾਂਦੀ ਹੈ ਉਹਦੇ ਉੱਪਰ ਰਿਪੇਅਰਿੰਗ ਕਰਵਾ ਰਹੇ ਹਾਂ ਆਪਾਂ,
ਤਾਂ ਉਹ ਵੀ ਕੀ ਆ, ਇੱਕ ਬਣ ਰਹੇ ਸਮਾਨ ਦਾ ਹੀ ਹਿੱਸਾ ਹੈ, ਕਿਉਂਕਿ ਜਿਹੜੀ ਮਸ਼ੀਨ 'ਤੇ ਸਮਾਨ ਬਣਨਾ ਹੈ ਅਗਰ ਉਹਦੀ ਕੋਈ ਰਿਪੇਅਰਿੰਗ ਹੋਊਗੀ ਤਾਂ ਉਹਦਾ ਖਰਚਾ ਕਿਹਦੇ ਵਿੱਚ ਜੁੜੂਗਾ, ਜਾ ਕੇ ਸਮਾਨ ਦੇ ਰੇਟ ਵਿੱਚ। ਤਾਂ ਉਹ ਵੀ ਆਪਾਂ ਇੱਥੇ ਲਿਖਾਂਗੇ। ਟੂ ਰਿਪੇਅਰ ਜਿਹੜਾ ਸੀਗਾ ਪਲਾਂਟ ਦੀ ਹੋਈ ਆ, ਫਿਰ ਆਪਣੇ ਕੋਲ ਰਿਪੇਅਰ ਹੋਈ ਆ ਫੈਕਟਰੀ ਦੀ। ਰਿਪੇਅਰਸ ਦੇ ਵਿੱਚ ਕੀ ਹੋ ਜਾਂਦਾ ਕਿ ਸਾਡੇ ਕੋਲ ਜੋ ਚੀਜ਼ਾਂ ਹੈ ਉਹ ਕਈ ਵਾਰੀ ਖ਼ਰਾਬ ਹੋ ਜਾਂਦੀਆਂ, ਤਾਂ ਉਹਨਾਂ ਨੂੰ ਕਦੀ ਨਾ ਕਦੀ ਜਿਹੜੀ ਰਿਪੇਅਰਿੰਗ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਸੋ ਫੈਕਟਰੀ ਦੇ ਵਿੱਚ ਰਿਪੇਅਰ ਜਿਹੜੀ ਹੋਈ ਆ ਉਹ ਵੀ ਆਪਣੇ ਡਾਇਰੈਕਟ ਖਰਚਿਆਂ ਦੇ ਵਿੱਚ ਹੀ ਆ ਜੂਗੀ। ਫਿਰ ਇਸ ਤੋਂ ਬਾਅਦ ਆਪਣੇ ਕੋਲ ਹੈ ਸੁਪਰਵਾਈਜ਼ਰ ਦੀ ਸੈਲਰੀ। ਹੁਣ ਜਿਹੜਾ ਸੁਪਰਵਾਈਜ਼ ਕਰ ਰਿਹਾ ਹੁੰਦਾ ਪਰਸਨ, ਸੁਪਰਵਾਈਜ਼ ਦਾ ਮਤਲਬ ਹੁੰਦਾ ਕਿ ਚੀਜ਼ਾਂ ਉੱਪਰ ਨਿਗਰਾਨੀ ਜਾਂ ਕੰਟਰੋਲ ਕਰਨਾ। ਹੁਣ ਸੁਪਰਵਾਈਜ਼ਰ ਆ ਜਿਹੜਾ, ਉਹ ਕੋਈ ਕੰਮ ਜਿਹੜਾ ਕਰ ਰਿਹਾ ਹੈਗਾ, ਉਹ ਚੀਜ਼ਾਂ ਨੂੰ ਬਣ ਰਿਹਾ, ਦੇਖ ਰਿਹਾ ਹੈ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਣ ਰਹੀਆਂ, ਕਿਵੇਂ ਬਣ ਰਿਹਾ। ਸੋ ਉਹਦੀ ਸੈਲਰੀ ਵੀ ਕੀ ਆ, ਆਪਾਂ ਇਹਦੇ ਵਿੱਚ ਹੀ ਇਨਕਲੂਡ ਕਰਾਂਗੇ ਸੁਪਰਵਾਈਜ਼ਰਸ ਸੈਲਰੀ। ਸੇਮ ਹੈਡਿੰਗ ਆ ਜਿਹੜਾ ਤੁਸੀਂ ਲੈ ਕੇ ਚੱਲੋਗੇ ਕਿ ਸੁਪਰਵਾਈਜ਼ਰ ਆ ਜਿਹੜੀ ਉਹਦੀ ਸੈਲਰੀ ਅਸੀਂ ਦੇ ਰਹੇ ਹਾਂ 8000 ਦੀ ਉਹਦੀ ਸੈਲਰੀ ਹੈ। ਸੋ 8000 ਦੀ ਸੈਲਰੀ ਹੈ ਜਿਹੜੀ ਤੁਸੀਂ ਉਹਨੂੰ ਇੱਥੇ ਪੇ ਕਰੋਗੇ। ਉਸ ਤੋਂ ਬਾਅਦ ਆਪਣੇ ਕੋਲ ਦਿੱਤਾ ਹੋਇਆ ਹੈ ਨੈਕਸਟ ਸੈਲਰੀਜ਼ ਆਫ ਵਰਕ, ਜਿਹੜੇ ਹੈਗੇ ਆ ਵਰਕ ਸਟਾਫ। ਵਰਕ ਸਟਾਫ ਆ ਜਿਹੜੇ ਕੰਪਨੀ ਦੇ ਵਿੱਚ ਕੰਮ ਕਰ ਰਿਹਾ, ਉਹਨਾਂ ਦੀ ਵੀ ਸੈਲਰੀ ਜਾਊਗੀ। ਸੈਲਰੀ ਆਫ ਵਰਕ ਸਟਾਫ। ਹਾਂ, ਜਿਹੜੇ ਵਰਕ ਸਟਾਫ ਨੇ ਉਹਨਾਂ ਦੀ ਸੈਲਰੀ ਹੈਗੀ ਆ 3000। ਫਿਰ ਆਪਣੇ ਕੋਲ ਹੈਗੇ ਆ ਵੇਜਿਸ ਆ। ਵੇਜਿਸ ਜੋ ਆਪਾਂ ਡੇਲੀ ਬੇਸਿਸ 'ਤੇ ਪੇ ਕਰਦੇ ਆ, ਸਵੀਪਰ ਨੂੰ ਦੇਣੀ ਆ। ਇਹ ਫੈਕਟਰੀ ਦਾ ਸਵੀਪਰ ਆ ਜੋ ਫੈਕਟਰੀ ਦੇ ਵਿੱਚ ਕਲੀਨਿੰਗ ਦਾ ਕੰਮ ਕਰ ਰਿਹਾ ਹੈ, ਉਹਨੂੰ ਸੈਲਰੀ ਦੇਣੀ ਆ। ਤਾਂ ਉਹਦੀ ਜਿਹੜੇ ਖਰਚੇ ਆ ਉਹ ਵੀ ਇਹਦੇ ਵਿੱਚ ਹੀ ਆ ਜਾਣਗੇ, ਜੋ ਕਿ ਸਿੱਧੇ ਖਰਚੇ ਮੰਨੇ ਜਾਂਦੇ ਆ ਕਿ ਅਸੀਂ ਸਿੱਧੇ ਖਰਚੇ ਦੇਣੇ ਆ। ਉਹ ਵੀ 1000 ਦੇ ਆਪਾਂ ਨੂੰ ਦਿੱਤੇ ਵੇ ਕੁਐਸਚਨ ਦੇ ਵਿੱਚ। ਰਾਇਲਟੀਜ਼ ਔਨ ਪ੍ਰੋਡਕਸ਼ਨ। ਰਾਇਲਟੀ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਸਮਾਨ ਆਪਾਂ ਕਰ ਰਹੇ ਹਾਂ ਉਹਦੇ ਉੱਪਰ ਕੋਈ ਛੋਟ ਆ ਜਾਂ ਕੋਈ ਆਪਾਂ ਕਮੀ ਕਰ ਰਹੇ ਹਾਂ ਤਾਂ ਉਹ ਚੀਜ਼ ਨੂੰ ਆਪਾਂ ਰਾਇਲਟੀ ਬੋਲ ਦਿੰਦੇ ਹਾਂ। ਤਾਂ ਹੁਣ ਅਗਰ ਆਪਣੇ ਕੋਲ ਰਾਇਲਟੀ ਹੈ ਪ੍ਰੋਡਕਸ਼ਨ ਦੇ ਉੱਪਰ ਤਾਂ ਉਹ ਵੀ ਆਪਾਂ ਇੱਧਰ ਡਾਇਰੈਕਟ ਹੀ ਲਿਖਾਂਗੇ, ਡਾਇਰੈਕਟ ਵਾਲੀ ਸਾਈਡ ਹੀ ਲਿਖਾਂਗੇ। ਪ੍ਰੋਡਕਸ਼ਨ ਦੇ ਵਿੱਚ ਆਪਾਂ ਨੂੰ ਹੈਗੀ ਆ ਰਾਇਲਟੀ 2000 ਦੀ, 2000 ਦੀ ਰਾਇਲਟੀ ਵੀ ਇੱਧਰ ਹੀ ਪਊਗੀ। ਹੁਣ ਆਪਣੇ ਕੋਲ ਲਾਸਟ ਜਿਹੜੀ ਸਟੇਟਮੈਂਟ, ਜੋ ਲਾਸਟ ਐਂਟਰੀ ਆ ਉਹ ਰਹਿ ਗਈ ਸੀਗੀ। ਉਹ ਆਪਣੇ ਕੋਲ ਹੈਗੀ ਆ ਟੂ ਵਰਕਸ, ਜਿਹੜਾ ਮੈਨੇਜਰ ਆ ਉਹਦੀ ਸੈਲਰੀ। ਹੁਣ ਜਿਹੜਾ ਵਰਕ ਨੂੰ ਮੈਨੇਜ ਕਰ ਰਿਹਾ ਮੈਨੇਜਰ ਆ, ਉਹ ਕੰਪਨੀ ਦਾ ਕੀ ਆ, ਇੱਕ ਮੇਨ ਪਾਰਟ ਆ। ਹਰ ਅਗਰ ਉਹ ਕੰਪਨੀ ਦੇ ਵਿੱਚ ਹੋ ਰਹੇ ਕੰਮ ਦੇ ਵਿੱਚ ਧਿਆਨ ਦਊਗਾ, ਉਹਨੂੰ ਮੈਨੇਜ ਕਰੇਗਾ, ਤਾਂ ਉਹਦਾ ਜਿਹੜਾ ਹਿੱਸਾ ਹੈ ਉਹ ਵੀ ਕੀ ਆ, ਪ੍ਰੋਡਕਸ਼ਨ ਦੇ ਵਿੱਚ ਦੇਖਿਆ ਜਾਊਗਾ। ਯਾਨੀ ਕਿ ਉਹ ਪ੍ਰੋਡਕਸ਼ਨ ਦੇ ਨਾਲ ਜੁੜਿਆ ਹੋਇਆ ਹੈ, ਸਮਾਨ ਦੇ ਨਾਲ ਜੁੜਿਆ ਹੋਇਆ ਹੈ। ਹੁਣ ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਨੂੰ ਰਿਕਾਰਡ ਕਰਦੇ ਹਾਂ ਔਰ ਇਸ ਸਾਰੀ ਹੀ ਸਾਈਡ ਦਾ ਟੋਟਲ ਕਰਕੇ ਰੱਖਾਂਗੇ ਜੋ ਸਾਡੇ ਕੋਲ ਡੈਬਿਟ ਸਾਈਡ ਆ। ਡੈਬਿਟ ਸਾਈਡ ਦਾ ਟੋਟਲ ਸਾਡੇ ਕੋਲ ਜਿਹੜਾ ਕੀ ਆ ਕੀਤਾ ਜਾਊਗਾ 99000, ਜਿਹੜਾ ਸਾਡੇ ਕੋਲ ਆ ਉਹ ਟੋਟਲ ਆਏਗਾ ਡੈਬਿਟ ਸਾਈਡ ਦਾ। ਹੁਣ ਅਸੀਂ ਹਜੇ ਸਿਰਫ ਔਰ ਸਿਰਫ ਡੈਬਿਟ ਸਾਈਡ ਨੂੰ ਪ੍ਰਪੇਅਰ ਕੀਤਾ ਹੈ, ਜਿਹਦੇ ਵਿੱਚ ਅਸੀਂ ਜਿੰਨੇ ਵੀ ਖਰਚੇ ਸੀਗੇ ਉਹ ਸਾਰੇ ਹੀ ਇਨਕਲੂਡ ਕੀਤੇ ਆ, ਸ਼ਾਮਿਲ ਕੀਤੇ ਆ। ਹੁਣ ਆਪਾਂ ਗੱਲ ਕਰਾਂਗੇ ਕ੍ਰੈਡਿਟ ਸਾਈਡ ਦੀ। ਡੈਬਿਟ ਸਾਈਡ ਦੇ ਵਿੱਚ ਆਲਮੋਸਟ ਉਹ ਸਾਰੀਆਂ ਵੈਲਿਊਜ਼ ਆ ਗਈਆਂ ਜੋ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤੀਆਂ ਹੋਈਆਂ। ਹੁਣ ਕ੍ਰੈਡਿਟ ਸਾਈਡ ਦੇ ਵਿੱਚ ਆਪਾਂ ਦੇਖਾਂਗੇ ਕਿ ਆਪਾਂ ਨੂੰ ਕੀ ਕੀ ਦਿੱਤਾ ਹੋਇਆ। ਕੁਐਸਚਨ ਵਾਲੀ ਦੇਖਦੇ ਹਾਂ। ਸਾਨੂੰ ਸਿਰਫ ਔਰ ਸਿਰਫ ਇੱਥੇ ਕਲੋਜ਼ਿੰਗ ਸਟਾਕ ਦਿੱਤਾ ਹੋਇਆ, ਨਾ ਹੀ ਕਿਤੇ ਸੇਲ ਦਿੱਤੀ ਹੋਈ ਹੈ, ਨਾ ਹੀ ਕੋਈ ਹੋਰ ਵੈਲਿਊ ਜਿਹੜੀ ਆਪਾਂ ਨੂੰ ਦਿੱਤੀ ਹੋਈ ਆ। ਸੋ ਆਪਾਂ ਹੁਣ ਜਦੋਂ ਕੁਐਸਚਨ ਨੂੰ ਰਿਕਾਰਡ ਕਰਾਂਗੇ, ਸਟੇਟਮੈਂਟਸ ਨੂੰ ਰਿਕਾਰਡ ਕਰਾਂਗੇ, ਤਾਂ ਸਾਡੇ ਕੋਲ ਸਿਰਫ ਕੀ ਆਏਗਾ, ਕਲੋਜ਼ਿੰਗ ਸਟਾਕ। ਹੁਣ ਕਲੋਜ਼ਿੰਗ ਸਟਾਕ ਵੀ ਸਾਡੇ ਕੋਲ ਜਿਹੜਾ ਦਿੱਤਾ ਹੈ ਉਹ ਇੱਧਰਲੀ ਸਾਈਡ ਕ੍ਰੈਡਿਟ ਸਾਈਡ ਲਿਖਿਆ ਜਾਊਗਾ, ਜਿਹਦੇ ਵਿੱਚ ਪਹਿਲੀ ਐਂਟਰੀ ਸਾਡੇ ਕੋਲ ਆਊਗੀ ਰॉ ਮਟੀਰੀਅਲ ਦੀ, ਦੂਸਰੀ ਐਂਟਰੀ ਆਊਗੀ ਸਾਡੇ ਕੋਲ ਵਰਕ ਇਨ ਪ੍ਰੋਗਰੈਸ ਦੀ। ਹੁਣ ਜਿਹੜਾ ਵਰਕ ਇਨ ਪ੍ਰੋਗਰੈਸ ਆ ਜਿਹੜਾ ਸਾਡੇ ਕੋਲ ਦਿੱਤਾ ਹੋਇਆ, ਦੋਨੋਂ ਦੀ ਵੈਲਿਊ ਹੈ ਸਾਡੇ ਕੋਲ 1000 ਔਰ 5000। 1000 ਐਂਡ 5000 ਆ ਜਿਹੜੇ ਸਾਡੇ ਕੋਲ ਕ੍ਰੈਡਿਟ ਸਾਈਡ ਦਿੱਤੇ ਹੋਏ ਆ। ਹੁਣ ਕੀ ਕਰਨਾ ਹੈ, ਤੁਸੀਂ ਜੋ ਡੈਬਿਟ ਸਾਈਡ ਦਾ ਟੋਟਲ ਸੀਗਾ 99000 ਜੋ ਕਿ ਸਾਨੂੰ ਆਲਰੇਡੀ ਦਿੱਤਾ ਹੋਇਆ ਸੀਗਾ, ਉਹਦੇ ਵਿੱਚੋਂ ਮਾਈਨਸ ਕਰਨਾ ਹੈ 6000। 99000 ਦੇ ਵਿੱਚੋਂ 6000 ਮਾਈਨਸ ਕਰੋਗੇ, ਡੈਬਿਟ ਸਾਈਡ ਦਾ ਜੋ ਬੈਲੈਂਸ ਆ ਉਹਦੇ ਵਿੱਚੋਂ ਕ੍ਰੈਡਿਟ ਸਾਈਡ ਦਾ ਮਾਈਨਸ ਕਰੋਗੇ, ਤੁਹਾਡੇ ਕੋਲ ਵੈਲਿਊ ਬਣਦੀ ਹੈ 93000। ਹੁਣ ਜਿਹੜੀ ਇਹ 93000 ਵੈਲਿਊ ਆਈ ਆ, ਖੁਦ ਕੈਲਕੂਲੇਟ ਕੀਤੀ ਹੈ, ਇਹਨੂੰ ਆਪਾਂ ਕੀ ਬੋਲਾਂਗੇ, ਬਾਏ ਕਾਸਟ ਆਫ ਗੁਡਸ ਪ੍ਰੋਡਿਊਸਡ।
ਜੋ ਅਸੀਂ ਚੀਜ਼ਾਂ ਬਣਾਈਆਂ ਉਹਦੇ ਉੱਪਰ ਜਿੰਨਾ ਵੀ ਖਰਚਾ ਆਇਆ ਉਹ ਕਿੰਨਾ ਹੋਊਗਾ ਸਾਡੇ ਕੋਲੇ 93,000। ਮੈਨੂਫੈਕਚਰਿੰਗ ਅਕਾਊਂਟ ਬਣਾਉਣ ਦਾ ਮੇਨ ਰੀਜ਼ਨ ਇਹੀ ਹੁੰਦਾ ਕਿ ਅਸੀਂ ਚੀਜ਼ਾਂ ਦੀ ਕਾਸਟ ਪਤਾ ਕਰਨੀ ਹੁੰਦੀ ਹੈ, ਵੀ ਜੋ ਸਮਾਨ ਬਣਿਆ ਉਹਦੇ ਵਿੱਚ ਕਿਹਦੀ ਸੈਲਰੀ, ਕਿਹਦਾ ਜਿਹੜਾ ਰॉ ਮਟੀਰੀਅਲ ਆ ਜਾਂ ਕਿਸ ਚੀਜ਼ ਦਾ ਰॉ ਮਟੀਰੀਅਲ ਆ ਜਾਂ ਕਿਹੜੇ ਪਰਸਨ ਦਾ ਜਿਹੜਾ ਹਿੱਸਾ ਹੈ ਉਹ ਦੇਖਿਆ ਜਾਊਗਾ। ਸੋ ਮੈਨੂਫੈਕਚਰਿੰਗ ਅਕਾਊਂਟ ਦੇ ਵਿੱਚ ਡੈਬਿਟ ਸਾਈਡ ਆਪਾਂ ਉਹ ਸਾਰੇ ਫੈਕਟਰੀ ਦੇ ਖਰਚੇ ਪਾਏ ਆ ਜੋ ਹਮੇਸ਼ਾ ਡੇਲੀ ਬੇਸਿਸ 'ਤੇ ਫੈਕਟਰੀ ਵਿੱਚ ਹੁੰਦੇ ਆ। ਕ੍ਰੈਡਿਟ ਸਾਈਡ ਆਪਾਂ ਸਿਰਫ ਕਲੋਜ਼ਿੰਗ ਸਟਾਕ ਲਿਆਏ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਲੱਸ ਔਰ ਮਾਈਨਸ ਕਰਨ ਤੋਂ ਬਾਅਦ ਸਾਡੇ ਕੋਲੇ ਜਿਹੜਾ ਹਿੱਸਾ ਆਇਆ 93,000 ਉਹ ਕੀ ਹੈ ਸਾਡਾ ਕਾਸਟ ਆਫ ਗੁੱਡਸ ਸੋਲਡ ਜਾਂ ਕਾਸਟ ਆਫ ਪ੍ਰੋਡਕਸ਼ਨ। ਕਦੀ ਵੀ ਮੈਨੂਫੈਕਚਰਿੰਗ ਦੇ ਵਿੱਚ ਆਪਾਂ ਜਿਹੜਾ ਫਿਨਿਸ਼ ਗੁੱਡਸ ਆ ਉਹਨੂੰ ਸ਼ਾਮਿਲ ਨਹੀਂ ਕਰਨਾ। ਸੋ ਅੱਜ ਦੇ ਕੰਸੈਪਟ ਦੇ ਵਿੱਚ ਆਪਣੇ ਕੋਲੇ ਇੰਨਾ ਹੀ ਸੀਗਾ ਕਿ ਮੈਨੂਫੈਕਚਰਿੰਗ ਅਕਾਊਂਟ ਨੂੰ ਕਿਵੇਂ ਪ੍ਰਪੇਅਰ ਕੀਤਾ ਜਾਂਦਾ। ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਸਮਝ ਆਇਆ ਹੋਊਗਾ ਐਂਡ ਅਗਰ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।